आवो सिख सतगुर के प्यारिओ गाओ सच्ची बानी। प्रोग्राम पलो पलो रे कीर्तनिया दे विच मैं निमी सिंह एक बार फिर तो आप सब जी दा निੱਘਾ स्वागत करदी हाँ। आओ मिल के फतेह दी सांझ बुलाने आ। वाहिगुरू जी का खालसा वाहिगुरू जी की फतेह। ਤੁਸੀਂ ਆਨੰਦ ਮਾਣ ਰਹੇ ਹੋ ਸਾਡੇ ਸੈਮੀ ਫਾਈਨਲ ਐਪੀਸੋਡਸ ਦਾ। ਇਸ ਤੋਂ ਪਹਿਲਾਂ ਤੁਸੀਂ ਮੁਕਾਬਲਾ ਵੇਖਿਆ ਸਾਡੀਆਂ ਭੈਣਾਂ ਵਿਚਕਾਰ। ਅੱਜ ਹੋਏਗਾ ਮੁਕਾਬਲਾ ਸਾਡੇ ਸਿੰਘ ਵੀਰਾਂ ਵਿਚਕਾਰ। ਬੜੇ ਹੀ ਕਾਬਿਲ ਨੌਜਵਾਨ ਕੀਰਤਨੀਏ ਸਾਡੇ ਵਿੱਚ ਨੇ। ਜੀ ਹਾਂ, 7 ਸੈਮੀ ਫਾਈਨਲਿਸਟ ਅੱਜ ਸਾਡੇ ਨਾਲ ਹੋਣਗੇ। ਇੱਕ ਤੋਂ ਬਾਅਦ ਇੱਕ 7 ਕੰਟੈਸਟੈਂਟਸ ਇੱਥੇ ਆਣਗੇ ਤੇ ਇੱਥੇ ਆ ਕੇ ਉਹਨਾਂ ਨੂੰ ਇੱਕ ਵਾਰੀ ਸ਼ਬਦ ਗਾਇਨ ਕਰਨ ਦਾ ਮੌਕਾ ਮਿਲੇਗਾ। ਉਹਨਾਂ ਦੀ ਇਸ ਪਰਫਾਰਮੈਂਸ ਦੇ ਬੇਸਿਸ ਤੇ ਸਾਡੇ ਮਾਨਯੋਗ ਜੱਜਸ ਇਸ ਗੱਲ ਦਾ ਫੈਸਲਾ ਕਰਨਗੇ ਕਿ ਇਹਨਾਂ ਵਿੱਚੋਂ ਕਿਹੜੇ ਕੰਟੈਸਟੈਂਟਸ ਅੱਗੇ ਵਧਣਗੇ ਇਸ ਮੁਕਾਬਲੇ ਦੇ ਵਿਚਕਾਰ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੀ ਇਹਨਾਂ ਦੀ ਪਰਫਾਰਮੈਂਸ ਦੇ ਬੇਸਿਸ ਤੋਂ ਇਹਨਾਂ ਵਿੱਚੋਂ ਸਿਰਫ ਇੱਕ ਕੰਟੈਸਟੈਂਟ ਮੁਕਾਬਲੇ ਤੋਂ ਬਾਹਰ ਹੋ ਜਾਏਗਾ। ਤੇ ਆਓ ਫਿਰ ਅੱਜ ਦੇ ਇਸ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ। ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੀ ਮੁਲਾਕਾਤ ਕਰਵਾਉਣਾ ਚਾਹਾਂਗੀ ਸਾਡੇ ਮਾਨਯੋਗ ਜੱਜਸ ਦੇ ਨਾਲ। ਸਭ ਤੋਂ ਪਹਿਲਾਂ ਬੈਠੇ ਨੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ, ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ, ਤੇ ਉਹਨਾਂ ਦੇ ਨਾਲ ਬੈਠੇ ਨੇ ਗੁਰਮਤਿ ਦੇ ਮਹਾਨ ਵਿਆਖਿਆਕਾਰ ਸਰਦਾਰ ਭਗਵਾਨ ਸਿੰਘ ਜੋਹਲ ਜੀ। ਤੇ ਇਹ ਤਿੰਨੋਂ ਮਿਲ ਕੇ ਸਾਡੇ ਅੱਜ ਦੇ ਕੰਟੈਸਟੈਂਟਸ ਦੀ ਪਰਖ ਕਰਨਗੇ। ਸਾਡੇ ਕੰਟੈਸਟੈਂਟਸ ਬਿਲਕੁਲ ਤਿਆਰ ਨੇ ਤੇ ਆਓ ਫਿਰ ਦੇਰ ਕਿਸ ਗੱਲ ਦੀ ਹੈ, ਸ਼ੁਰੂਆਤ ਕਰਦੇ ਹਾਂ ਇਸ ਮੁਕਾਬਲੇ ਦੀ। ਬੁਲਾਉਣਾ ਚਾਹਾਂਗੀ ਸਾਡੇ ਅੱਜ ਦੇ ਪਹਿਲੇ ਕੰਟੈਸਟੈਂਟ ਗੁਰਦੇਵ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਸੈਮੀ ਫਾਈਨਲ ਦਾ ਇਹ ਤੀਸਰਾ ਦੌਰ ਹੈ ਜੀ। ਪਿਛਲੀ ਵਾਰੀ ਥੋੜੀ ਜੀ ਗੜਬੜ ਹੋ ਗਈ ਸੀਗੀ, ਹਾਂਜੀ, ਹੈ ਨਾ? ਮੇਰੇ ਖਿਆਲ ਨਾਲ ਹੁਣ ਤੁਸੀਂ ਪੂਰੀ ਤਿਆਰੀ ਨਾਲ ਆਏ ਹੋਗੇ। ਕੋਸ਼ਿਸ਼ ਤਾਂ ਕੀਤੀ ਹੈ ਜੀ। ਕਿਹੜੇ ਸ਼ਬਦ ਦਾ ਗਾਇਨ ਕਰੋਗੇ ਤੁਸੀਂ? ਮੈਂ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਫੁਨਹਿ ਮਹੱਲਾ ਪੰਜਵਾਂ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ ਬੱਧਹੁ ਪੁਰਖ ਵਿਧਾਤਾ ਤਾਂ ਤੂੰ ਸੋਹੇ। ਕੀ ਬਾਤ ਹੈ। ਆਲ ਦ ਬੈਸਟ ਟੂ ਯੂ ਜੀ। ਪ੍ਰਭ ਹਰ ਮੰਦਰ ਸੋਹਣਾ ਤਿਸ ਮੈਂ ਮਾਣਕ ਲਾ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਸਾ ਵਸਦੀ ਸਗਨ ਆਪਾ ਅਨੂਪ ਰਾਮਦਾਸ ਪੁਰ ਵਸਦੀ ਸਗਨ ਆਪਾ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸ ਮਲ ਜਾਹੇ ਹਰ ਹਾਂ ਨਾਨਕ ਕਸ ਮਲ ਜਾਹੇ ਨਾਏ ਰਾਮਦਾਸ ਸਰ ਨਾਏ ਰਾਮਦਾਸ ਸਰ ਵਸਦੀ ਸਗਨ ਆਪਾ ਅਨੂਪ ਰਾਮਦਾਸ ਪੁਰ ਵਸਦੀ ਸਗਨ ਆਪਾ ਅਨੂਪ ਰਾਮਦਾਸ ਪੁਰ। ਸਭੇ ਥਾਮ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬੱਧੋ ਪੁਰਖ ਵਿਧਾਤੇ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਇਆ ਤਾਂ ਤੂੰ ਸੋਇਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ
ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸ ਮਲ ਜਾਹੇ ਹਰ ਹਾਂ ਨਾਨਕ ਕਸ ਮਲ ਜਾਹੇ ਨਾਏ ਰਾਮਦਾਸ ਸਰ ਨਾਏ ਰਾਮਦਾਸ ਸਰ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤਨਾ ਤੈ ਕਉਆ ਹੰਸ ਹੋਇ ਜਿਤਨਾ ਤੈ ਕਉਆ ਹੰਸ ਹੋਇ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸ ਮਲ ਜਾਹੇ ਹਰ ਹਾਂ ਨਾਨਕ ਕਸ ਮਲ ਜਾਹੇ ਨਾਏ ਰਾਮਦਾਸ ਸਰ ਨਾਏ ਰਾਮਦਾਸ ਸਰ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਅਨੂਪ ਰਾਮਦਾਸ ਪੁਰ ਅਨੂਪ ਰਾਮਦਾਸ ਪੁਰ ਵਾਹਿਗੁਰੂ। ਗੁਰਦੇਵ ਸਿੰਘ ਜੀ, ਸੋਹਣਾ ਚੰਗਾ ਰੰਗ ਬੰਨਿਆ ਤੁਸੀਂ। ਸ਼ਬਦ ਕਿਹਨਾਂ ਦਾ ਉਚਾਰਨ ਕੀਤਾ ਹੋਇਆ ਹੈ? ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਫੁਨਹ ਮਹੱਲਾ ਪੰਜਵਾਂ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਉਸਤਤ ਕਰ ਰਹੇ ਨੇ। ਹਾਂਜੀ। ਸਿੱਖ ਰੋਜ਼ ਅਰਦਾਸ ਕਰਦਾ ਹੈ, ਸਤਿਗੁਰੂ ਜੀ ਸਾਨੂੰ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ। ਜੀ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦੀਦਾਰ ਕਰਵਾਏ। ਸਵਾਲ ਤੁਹਾਡੇ ਵਾਸਤੇ ਇਹ ਹੈ, ਜਿਵੇਂ ਆਪਾਂ ਬਸੰਤ ਰਾਗ ਬਸੰਤ ਰੁੱਤ ਵਿੱਚ ਗਾਉਂਦੇ ਹਾਂ, ਹਾਂਜੀ, ਹੋਰ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜਾ ਇਹੋ ਜਿਹਾ ਰਾਗ ਹੈ ਜਿਹੜਾ ਕਿਸੇ ਰੁੱਤ ਵਿੱਚ ਗਾਇਆ ਜਾਂਦਾ ਹੈ? ਬਸੰਤ ਰੁੱਤ ਵਿੱਚ ਬਸੰਤ ਰਾਗ ਗਾਇਆ ਜਾਂਦਾ ਜੀ। ਜੀ। ਉਸੇ ਤਰ੍ਹਾਂ ਵਰਖਾ ਰੁੱਤ ਵਿੱਚ ਸਾਉਣ ਭਾਦਰੋਂ ਦੇ ਮਹੀਨੇ ਵਿੱਚ ਮਲਾਰ ਰਾਗ ਗਾਇਆ ਜਾਂਦਾ ਜੀ। ਠੀਕ ਹੈ। ਭਾਈ ਨਿਰਮਲ ਸਿੰਘ ਜੀ, ਅੱਜ ਦੀ ਪਰਫਾਰਮੈਂਸ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਸੀ। ਇੱਕ ਤੇ ਸ਼ਬਦ ਨੂੰ ਇੰਨਾ ਲੰਬਾ ਨਾ ਕਰੋ, ਛੋਟਾ, ਕਿਉਂਕਿ ਤੁਸੀਂ ਇੱਕ ਮੁਕਾਬਲੇ 'ਚ ਹਿੱਸਾ ਲੈ ਰਹੇ ਹੋ ਜੀ। ਜਿੰਨਾ ਜ਼ਿਆਦਾ ਲੰਬਾ ਕਰੋਗੇ ਕਿਤਨਾ ਕਿਤੇ ਗਲਤੀ ਦੀ ਗੁੰਜਾਇਸ਼ ਨਿਕਲ ਆਉਂਦੀ ਹੈ। ਹਾਂਜੀ। ਜੇ ਤੁਸੀਂ ਵਿੱਚ ਸ਼ਬਦ ਅਸਥਾਈ ਤੇ ਅੰਤਰੇ ਤੋਂ ਇਲਾਵਾ ਜੋ ਤੁਸੀਂ ਪ੍ਰਮਾਣ ਲਾਇਆ ਉਹ ਨਾ ਲਾਉਂਦੇ, ਪਰਫੈਕਟ ਸੀ, ਲੇਕਿਨ ਪ੍ਰਮਾਣ 'ਚ ਜਾ ਕੇ ਇੱਕ ਥਾਂ ਸੁਰ ਘਟ ਗਿਆ। ਧਿਆਨ ਰੱਖੋ ਇਸ ਗੱਲ ਦਾ। ਠੀਕ ਹੈ। ਜੋਲ ਸਾਹਿਬ ਜੀ। ਗਾਇਨ, ਜਿਵੇਂ ਭਾਈ ਸਾਹਿਬ ਹੋਰਾਂ ਨੇ ਕਿਹਾ ਹੈ, ਤੁਸੀਂ ਬਹੁਤ ਮਿਹਨਤ ਕੀਤੀ ਹੈ, ਤਰੱਕੀ ਕੀਤੀ ਹੈ, ਪਰ ਜਿਵੇਂ ਤੁਸੀਂ ਅੰਤਰੇ ਤੋਂ ਬਾਹਰ ਗਏ ਹੋ, ਜਿਤ ਨਾਤੈ ਕੀ ਹੰਸ ਕਊਆ ਹੰਸ ਹੋ ਹੈ, ਹੋਏ ਨਹੀਂ ਹੈ। ਹਾਹੇ ਨੂੰ ਦਲਾਵਾਂ ਹੈ ਦੂਸਰੇ ਨੂੰ, ਉਹ ਨਹੀਂ ਬੋਲ ਸਕੇ। ਦੂਸਰੇ ਪਾਸੇ ਬਦਹੋ ਪੁਰਖ ਵਿਧਾਤਾ ਹੈ, ਵਿਧਾਤੇ ਨਹੀਂ, ਤੈਅ ਕਹਿਣਾ ਹੈ। ਔਰ ਅਜਿਹੀਆਂ ਕੁਝ ਗਲਤੀਆਂ ਹੋ ਜਾਂਦੀਆਂ, ਕਿਉਂਕਿ ਜਦੋਂ ਤੁਸੀਂ ਥੋੜ੍ਹਾ ਬਾਹਰ ਜਾਣ ਦਾ ਯਤਨ ਕੀਤਾ ਉਦੋਂ ਵੀ ਗਲਤੀ ਕਰ ਗਏ। ਸੋ ਆਉਣ ਵਾਲੇ ਸਮੇਂ 'ਚ ਇਸ ਨੂੰ ਸੁਧਾਰਨਾ ਹੈ। ਜੀ। ਠੀਕ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਜੀ ਨੇ ਆਨੰਦ ਮਾਣਿਆ ਪੰਜਵੀਂ ਪਾਤਸ਼ਾਹੀ ਦੀ ਉਚਾਰਨ ਕੀਤੀ ਹੋਈ ਬਾਣੀ ਦਾ, ਜਿਸ ਸ਼ਬਦ ਦਾ ਗਾਇਨ ਕੀਤਾ ਸਾਡੇ ਅੱਜ ਦੇ ਪਹਿਲੇ ਕੰਟੈਸਟੈਂਟ ਗੁਰਦੇਵ ਸਿੰਘ ਜੀ ਨੇ। ਗੁਰਦੇਵ ਸਿੰਘ ਜੀ ਤੋਂ ਬਾਅਦ ਸਾਡੇ ਅੱਜ ਦੇ ਦੂਸਰੇ ਕੰਟੈਸਟੈਂਟ ਨੇ ਵਿਕਰਮਜੀਤ ਸਿੰਘ ਜੀ। ਉਹਨਾਂ ਦਾ ਸਵਾਗਤ ਕਰਨੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਤੀਸਰਾ ਦੌਰ ਹੈ, 2 ਵਾਰੀ ਤੁਸੀਂ ਆ ਚੁੱਕੇ ਹੋ, ਲੇਕਿਨ ਅੱਜ ਤੋਂ ਬਾਅਦ ਤੁਸੀਂ ਇਹ ਨਿਸ਼ਚੈ ਕਰ ਲਓ ਕਿ ਮੈਂ ਇੰਨੀ ਮਿਹਨਤ ਕਰਨੀ ਹੈ। ਹਾਂਜੀ, ਡੇਂਜਰ ਜ਼ੋਨ ਦੇ ਵਿੱਚ ਆਉਣ ਦੇ ਨਾਲ ਮੈਨੂੰ ਕੋਈ ਇਹ ਫੀਲ ਨਹੀਂ ਹੋ ਰਿਹਾ ਵੀ ਮੈਂ ਡੇਂਜਰ ਜ਼ੋਨ ਦੇ ਵਿੱਚ ਆਇਆ, ਪਰ ਮੈਨੂੰ ਇੰਨਾ ਥੋੜ੍ਹਾ ਮਲਾਲ ਹੈਗਾ ਕਿ ਮੈਂ ਜੱਜਿਸ ਦੇ ਜਿਹੜੀਆਂ ਉਹਨਾਂ ਦੀਆਂ ਆਸਾਂ ਉਹਨਾਂ ਦੇ ਪੂਰਾ ਨਹੀਂ ਉਤਰ ਸਕਦਾ। ਅਤੇ ਹੁਣ ਹੋਰ ਵੀ ਮਿਹਨਤ ਕਰ ਰਿਹਾ ਹਾਂ, ਕਿਉਂਕਿ ਮਨ ਦੇ ਵਿੱਚ ਇਹ ਕੰਪੀਟੀਸ਼ਨ ਵੀ ਕਰ ਰਿਹਾ। ਕੰਪੀਟੀਸ਼ਨ ਮੇਰਾ ਇੱਥੇ ਕੰਟੈਸਟੈਂਟ ਦੇ ਨਾਲ ਤਾਂ ਹੈ ਨਹੀਂ, ਇਸ ਕਰਕੇ ਵੀ ਜਿਹੜੀਆਂ ਗਲਤੀਆਂ ਮੈਨੂੰ ਦੱਸੀਆਂ ਉਹਨਾਂ ਨੂੰ ਮੈਂ ਸੁਧਾਰਾਂ। ਅੱਜ ਕੀ ਸੁਣਾਓਗੇ?
ਅੱਜ ਮੈਂ ਜੀ ਭਗਤ ਕਬੀਰ ਜੀ ਦਾ ਰਾਮਕਲੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਦੁਨੀਆ ਹੁਸ਼ਿਆਰ ਬੇਦਾਰ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 972 ਅੰਗ ਦੇ ਉੱਤੇ ਸੁਭਾਇਮਾਨ ਹੈ, ਉਹਦਾ ਗਾਇਨ ਕਰਾਂਗਾ ਜੀ। बहुत खूब, ऑल द बेस्ट टू यू। ਧੰਨਵਾਦ ਜੀ। हे गुरु वाहे गुरु वाहे गुरु दुनिया दुनिया होशियार बेदा होशियार बेदा होशियार बेदा होशियार बेदा दुनिया दुनिया होशियार बेदा होशियार बेदा जागत मुसीयत होरे पाई जागत मुसीयत होरे पाई निगम होशियार पहरुआ देखत जम लह जाई नींब पयो आंब आंब पयो नींबा नींब पयो आंब आंब पयो नींबा केला पाका चार केला पाका चार नलियर फल सेबर पाका नलियर फल दुनिया होशियार बेदा होशियार बेदा होशियार बेदा होशियार बेदा ਬਹੁਤ ਬੁਲੰਦ ਆਵਾਜ਼ ਵਿੱਚ ਬੜੀ ਪਿਆਰੀ ਧੁਨ ਤੁਸੀਂ ਸੁਣਾਈ, ਬਹੁਤ ਰਸ ਆਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਧੁਨੀਆਂ ਹਨ, ਇਹ ਸਵਾਲ ਹੈ ਤੁਹਾਡੇ ਵਾਸਤੇ, ਤੇ ਕੁਝ ਗਿਣਤੀ ਵੀ ਕਰਕੇ ਤੁਸੀਂ ਦੱਸਣੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਤਰਤੀਬ ਅਨੁਸਾਰ ਕੁੱਲ 9 ਧੁਨੀਆਂ ਨੇ ਜੀ। ਤੇ ਉਹਨਾਂ ਵਿੱਚੋਂ ਕੁਝ ਧੁਨੀਆਂ ਜਿਸ ਤਰ੍ਹਾਂ ਆਸਾ ਕੀ ਵਾਰ ਦੇ ਵਿੱਚ ਟੁੰਡੇ ਅਸਰਾਜੇ ਕੀ ਧੁਨੀ ਤੇ ਸਿਕੰਦਰ ਬਿਰਾਹਿਮ ਕੀ ਧੁਨੀ ਔਰ ਲੱਲਾ ਬਹਿਲੀਮਾ ਕੀ ਧੁਨੀ ਆਦਿ ਆਦਿ। ਭਾਈ ਨਿਰਮਲ ਸਿੰਘ ਜੀ। ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਹੈ, ਤੁਸੀਂ ਅੱਗੇ ਛਲਾਂਗ ਲਾਈ ਹੈ, ਔਰ ਜ਼ਿਆਦਾ ਮਿਹਨਤ ਕਰੋ। ਔਰ ਦਾਲ 'ਚੋਂ ਦਾਣਾ ਹੀ ਟੋਣਾ ਹੁੰਦਾ, ਸਾਰੀ ਦੇਗ ਵਿੱਚੋਂ ਸਾਰੀ ਦਾਲ ਬਾਹਰ ਰੱਖੇ ਨਹੀਂ ਕਰੀਦੀ ਕਦੀ ਵੀ, ਬਸ ਥੋੜ੍ਹਾ ਥੋੜ੍ਹਾ ਕਰਕੇ ਤੁਸੀਂ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਰਹੋ। ਸ਼ਾਬਾਸ਼। ਸਤਿ ਜੋਲ ਸਾਹਿਬ ਜੀ। ਸਰਦਾਰ ਬਿਕਰਮਜੀਤ ਸਿੰਘ ਜੀ, ਤੁਸੀਂ ਜਦੋਂ ਸ਼ਬਦ ਦਾ ਗਾਇਨ ਕੀਤਾ, ਬੜਾ ਪਿਆਰਾ ਗਾਇਨ ਕਰ ਰਹੇ ਸੀ, ਪਰ ਜਦੋਂ ਆਪਣੀ ਧੁਨੀ ਨੂੰ ਉਚਾਰਨ ਕਰਦੇ ਹੋ ਕਿ ਰਾਗ ਵਿੱਚ ਇਸ ਤਰ੍ਹਾਂ ਜਾਣਾ ਹੈ ਕਿ ਸ਼ਬਦ ਨੇ ਪ੍ਰਧਾਨਤਾ ਰਹਿਣੀ ਹੈ ਰਾਗ ਵਿੱਚ,
ਤੁਸੀਂ ਫਿਰ ਉਦੋਂ ਲਗਾ ਮਾਤਰਾ ਜਿਹੜੀਆਂ ਅੱਗੇ ਪਿੱਛੇ ਹੋ ਜਾਂਦੀਆਂ ਨੇ ਜਦੋਂ ਕਿਸੇ ਗੱਲ ਨੂੰ ਲਮਕਾਓਗੇ। ਲਮਕਾਉਣ ਦੇ ਨਾਲ ਗੁਰਬਾਣੀ ਦਾ ਉਚਾਰਨ ਦੀ ਜਿਹੜੀ ਸ਼ੁੱਧਤਾ ਉਹ ਪਾਸੇ ਹੋ ਜਾਂਦੀ ਹੈ। ਕੀਰਤਨ ਅਸਲ ਵਿੱਚ ਅਜਿਹਾ ਉਡਣ ਖਟੋਲਾ ਹੈ ਨਾ, ਜਿਹਦੇ ਵਿੱਚ ਇੱਦਾਂ ਦੇ ਖੰਭ ਲਾ ਕੇ ਮਨੁੱਖ ਉੱਪਰ ਚਲੇ ਜਾਂਦਾ ਕਿਸੇ ਅਣਦਿਸਦੇ ਆਕਾਸ਼ ਵੱਲ। ਆਪਾਂ ਉਸ ਅਣਦਿਸਦੇ ਆਕਾਸ਼ ਵੱਲ ਜਾਣਾ, ਉਸ ਬ੍ਰਹਿਮੰਡ ਵੱਲ। ਅਤੇ ਇਸ ਤਰ੍ਹਾਂ ਨਹੀਂ ਹੋਣਾ ਕਿ ਤੁਸੀਂ ਉਚਾਰਨ ਦੇ ਦੌਰਾਨ ਉਸ ਨੂੰ ਭੁੱਲ ਜਾਓ। ਉਚਾਰਨ ਵੀ ਪ੍ਰਧਾਨਤਾ ਰਹਿਣੀ ਚਾਹੀਦੀ ਹੈ, ਔਰ ਸ਼ਬਦ ਦੀ ਪ੍ਰਧਾਨਤਾ ਦੇ ਨਾਲ ਹੀ ਕੀਰਤਨ ਬਣਦਾ ਹੈ। ਸਤਿ ਜੀ। ਜੌਲ ਸਾਹਿਬ ਨੇ ਬੜੇ ਸੋਹਣੇ ਬਚਨਾਂ 'ਚ ਦੱਸਿਆ ਬਈ ਕੀਰਤਨ ਵਿੱਚ ਸ਼ਬਦ ਦੀ ਪ੍ਰਧਾਨਤਾ ਰਹੇ। ਕਈ ਵਾਰੀ ਆਪਾਂ ਜਦੋਂ ਧੁਨੀ ਕੋਈ ਗਾਉਂਦੇ ਆ, ਸਾਨੂੰ ਉਸ ਧੁਨੀ ਦੇ ਮੁਤਾਬਕ ਆਪਣੇ ਸ਼ਬਦਾਂ ਨੂੰ ਇੱਧਰ ਉੱਧਰ ਆਪਾਂ ਕਰ ਲੈਂਦੇ ਆ। ਇਹ ਖਿਆਲ ਰੱਖਣਾ ਸ਼ਬਦ ਪ੍ਰਧਾਨ ਕੀਰਤਨ ਰਹੇ। ਤੁਹਾਡਾ ਬੜਾ ਹੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਕਰਮਜੀਤ ਸਿੰਘ ਜੀ ਨੇ ਬਹੁਤ ਚੰਗੀ ਕੋਸ਼ਿਸ਼ ਕੀਤੀ ਹੈ, ਬਹੁਤ ਬਿਹਤਰ ਇਸ ਵਾਰੀ ਉਹਨਾਂ ਨੇ ਪ੍ਰਦਰਸ਼ਨ ਕੀਤਾ ਹੈ, ਜਿਸ ਵਿੱਚ ਅਸੀਂ ਸਾਰੇ ਲੀਨ ਹੋ ਗਏ ਸੀ। ਤੇ ਆਓ ਇੱਕ ਵਾਰ ਫਿਰ ਅਸੀਂ ਲੀਨ ਹੋ ਜਾਂਦੇ ਹਾਂ ਸਾਡੇ ਗੁਰੂਆਂ ਦੀ ਇਸ ਬਾਣੀ ਵਿੱਚ। ਤੇ ਇਸ ਵਾਰੀ ਸ਼ਬਦ ਗਾਇਨ ਕਰਨ ਲਈ ਇੱਥੇ ਆ ਰਹੇ ਨੇ ਹਰਭਜਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਹਰਭਜਨ ਜੀ। ਧੰਨਵਾਦ ਜੀ। ਸੈਮੀਫਾਈਨਲਸ ਨੇ, ਸਾਰੇ ਜੱਜਸ ਬਿਲਕੁਲ ਤੁਹਾਡੇ ਸਨਮੁਖ ਨੇ, ਤੇ ਪਰਮਾਤਮਾ ਨੂੰ ਯਾਦ ਕਰਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿਹੜੇ ਸ਼ਬਦ ਦਾ ਗਾਇਨ ਕਰੋਗੇ ਤੁਸੀਂ? ਅੱਜ ਜਿਹੜਾ ਮੈਂ ਸ਼ਬਦ ਗਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕੀਰਤਨ ਦੀ ਮਹਾਨਤਾ ਨੂੰ ਦਰਸਾ ਰਿਹਾ ਹੈ। ਗੌੜੀ ਰਾਗ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 386 ਪਾਵਨ ਪਵਿੱਤਰ ਅੰਗ ਤੇ ਪਾਵਨ ਪਵਿੱਤਰ ਸ਼ਬਦ ਹੈ। ਦਿਨ ਸੁਰੈਨ ਹਰ ਕੀਰਤਨ ਗਾਈਏ, ਸੋ ਜਨ ਜਮ ਕੀ ਵਾਟ ਨਾ ਪਾਈਏ। ਬਿਲਕੁਲ ਜੀ। ਆਲ ਦ ਬੈਸਟ ਟੂ ਯੂ। ਧੰਨਵਾਦ। ਹਰ ਦਿਨ ਰੈਣ ਕੀਰਤਨ ਗਾਇਐ, ਬਹੁੜ ਨਾ ਜੋਨੀ ਪਾਇਐ। ਦਿਨ ਸਰੈਨ ਹਰ ਕੀਰਤਨ ਗਾਇਐ, ਦਿਨ ਸਰੈਨ ਹਰ ਕੀਰਤਨ ਗਾਇਐ, ਸੋ ਜਨ ਜਮ ਕੀ ਵਾਟ ਨਾ ਪਾਈਐ। ਸੋ ਜਨ ਜਮ ਕੀ ਵਾਟ ਨਾ ਪਾਈਐ, ਦਿਨ ਸਰੈਣ ਹਰ ਕੀਰਤਨ ਗਾਈਐ, ਦਿਨ ਸਰੈਣ ਹਰ ਕੀਰਤਨ ਗਾਈਐ। ਉਠਤ ਬੈਠਤ ਸੋਵਤ ਧਿਆਈਐ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੈ ਹਰ ਗਾਈਐ, ਮਾਰਗ ਚਲਤ ਹਰੈ ਹਰ ਗਾਈਐ, ਦਿਨ ਸਰੈਨ ਹਰ ਕੀਰਤਨ ਗਾਈਐ, ਦਿਨ ਸਰੈਨ ਹਰ ਕੀਰਤਨ ਗਾਈਐ, ਕੀਰਤਨ ਗਾਈਐ,
ਹਰ ਕੀਰਤਨ ਗਾਇਐ, ਹਰ ਕੀਰਤਨ ਗਾਇਐ। ਬਹੁਤ ਟਿਕਾਊ ਵਿੱਚ ਸਹਿਜ ਨਾਲ ਤੁਸੀਂ ਸ਼ਬਦ ਦਾ ਗਾਇਨ ਕੀਤਾ। ਸਵਾਲ ਤੁਹਾਡੇ ਵਾਸਤੇ ਇਹ ਹੈ, ਜਿਵੇਂ ਬਸੰਤ ਰੁੱਤ ਵਿੱਚ ਆਪਾਂ ਬਸੰਤ ਰਾਗ ਤੇ ਗਾਉਂਦੇ ਹਾਂ, ਗੁਰਮਤਿ ਸੰਗੀਤ ਅਨੁਸਾਰ ਕਿਹੜੇ ਉਹ ਰਾਗ ਨੇ ਜਿਹੜੇ ਆਪਾਂ ਬਸੰਤ ਰੁੱਤੀ ਵਿੱਚ ਨਹੀਂ ਗਾਉਣੇ? ਸਤਿਕਾਰਯੋਗ ਭਾਈ ਸਾਹਿਬ ਜੀ, ਦੁਪਹਿਰ ਦੇ ਦੋ ਰਾਗ ਨੇ, ਮੇਰਾ ਖਿਆਲ ਸਾਰੰਗ ਤੇ ਰਾਗ ਮਾਰੂ, ਇਹ ਬਸੰਤ ਰੁੱਤ ਵਿੱਚ ਵਰਜਿਤ ਹਨ। ਭਾਈ ਨਿਰਮਲ ਸਿੰਘ ਜੀ, ਸੁਰ ਤਾਲ ਬਾਰੇ ਤੁਸੀਂ ਕੀ ਆਖੋਗੇ? ਸ਼ਬਦ ਰੀਤ ਬੜੀ ਅੱਛੀ ਸੀ, ਅੱਛਾ ਉਦਮ ਹੈ, ਪਰ ਜੋ ਸ਼ੁਰੂਆਤੀ ਦੌਰ ਸੀ, ਆਲਾਪ ਸੀ, ਉਹ ਨਿਰਬਲ ਥੋੜਾ ਕਮਜ਼ੋਰ ਸੀ, ਇਸ ਵੱਲ ਧਿਆਨ ਦਿਓ। ਜੌਲ ਸਾਹਿਬ ਜੀ। ਗੁਰਬਾਣੀ ਵਿੱਚ ਕੁਝ ਲਘੂ ਧੁਨੀਆਂ ਨੇ, ਕੁਝ ਦੀਰਘ ਧੁਨੀਆਂ ਨੇ। ਜਿਹੜੀਆਂ ਲਘੂ ਨੇ ਉਹਨਾਂ ਵਿੱਚ ਔਂਕੜ ਤੇ ਸਿਹਾਰੀ ਆਉਂਦੀ ਹੈ, ਔਰ ਦੀਰਘ ਦੁਨੀਆ ਵਿੱਚ ਬਾਕੀ ਜਿੰਨੀਆਂ ਲਗਾਂ ਨੇ ਉਹ ਆਉਂਦੀਆਂ ਨੇ। ਗਾਇਨ ਵਿੱਚ ਮੈਂ ਸਮਝ ਗਿਆ ਵੀ ਦਿਨ ਸੋ ਰੈਣ ਨਹੀਂ ਕਹਿ ਸਕਦੇ ਤੁਸੀਂ, ਕਿਉਂਕਿ ਸ਼ਬਦ ਦਿਨ ਸੋ ਰੈਣ ਹੈ। ਤੁਸੀਂ ਸੋ ਦਾ ਉਚਾਰਨ ਨਹੀਂ ਕੀਤਾ, ਪਰ ਹਾਂ ਸੱਸੇ ਨੂੰ ਔਂਕੜ ਦਾ ਉਚਾਰਨ ਜਿਹੜਾ ਹੈ ਨਾ, ਕੋਈ ਵੀ ਵਾਧੂ ਨਹੀਂ ਹੈ, ਇਹਨਾਂ ਦੀ ਲੋੜ ਮੁਤਾਬਕ ਪਈਆਂ, ਪਰ ਔਂਕੜ ਤੇ ਸਿਹਾਰੀ ਜਿੱਥੇ ਲੱਗਣੀ ਹੈ ਉੱਥੇ ਉਸ ਆਵਾਜ਼ ਨੂੰ ਛੋਟਾ ਕਰਨਾ ਹੈ। ਇਹ ਜ਼ਰੂਰੀ ਹੈ, ਕਿਉਂਕਿ ਭਾਵੇਂ ਰਾਗ ਵਿਦਿਆ ਵਿੱਚ ਅਜਿਹੀ ਗੱਲ ਨਹੀਂ ਹੈ, ਅਸਲ ਵਿੱਚ ਕੀਰਤਨ ਆਤਮ ਗਿਆਨ ਦਾ ਸੂਰਜ ਹੈ। ਆਤਮਾ ਨੂੰ ਇਹਦੇ ਵਿੱਚ ਠੰਡਕ ਪਹੁੰਚਣੀ ਚਾਹੀਦੀ ਹੈ ਇਹਦੇ ਨਾਲ, ਔਰ ਉਚਾਰਨ ਦੀ ਸ਼ੁੱਧਤਾ ਹੋਣੀ ਚਾਹੀਦੀ ਹੈ, ਇਹ ਜ਼ਰੂਰੀ ਹੈ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਸੈਮੀਫਾਈਨਲਸ ਦੀ ਸ਼ੁਰੂਆਤ, ਯਾਨੀ ਕਿ ਸੈਮੀਫਾਈਨਲਸ ਦੇ ਇਸ ਐਪੀਸੋਡ ਦੀ ਬੜੀ ਬਿਹਤਰ ਸ਼ੁਰੂਆਤ ਹੋ ਚੁੱਕੀ ਹੈ। ਇਸ ਤੋਂ ਬਾਅਦ ਹਲੇ ਸਾਡੇ 4 ਕੰਟੈਸਟੈਂਟ ਹੋਰ ਨੇ ਜਿਨ੍ਹਾਂ ਨੇ ਇੱਥੇ ਆ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਹੈ, ਜਿਸ ਦੇ ਲਈ ਤੁਹਾਨੂੰ ਕਰਨਾ ਪਵੇਗਾ ਬਹੁਤ ਹੀ ਥੋੜਾ ਜਿਹਾ ਇੰਤਜ਼ਾਰ। ਸਾਨੂੰ ਤੁਹਾਨੂੰ ਇੰਤਜ਼ਾਰ ਕਰਾਉਣਾ ਬਿਲਕੁਲ ਚੰਗਾ ਨਹੀਂ ਲੱਗਦਾ, ਪਰ ਕੀ ਕਰੀਏ, ਇਹ ਬ੍ਰੇਕ ਲੈਣਾ ਜ਼ਰੂਰੀ ਹੈ। ਹਾਜ਼ਰ ਹੋਣੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ, ਆਪ ਸਭ ਜੀ ਦੇ ਸਾਹਮਣੇ ਲੈ ਕੇ ਆਏ ਹਾਂ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦਾ ਸੈਮੀਫਾਈਨਲ ਐਪੀਸੋਡ। ਅੱਜ ਮੁਕਾਬਲਾ ਹੁੰਦਾ ਪਿਆ ਸਾਡੇ ਸਿੰਘ ਵੀਰਾਂ ਵਿਚਕਾਰ। ਬ੍ਰੇਕ ਤੋਂ ਪਹਿਲਾਂ ਸਾਡੇ 3 ਵੀਰ ਇੱਥੇ ਆ ਕੇ ਪਰਫਾਰਮ ਕਰਕੇ ਜਾ ਚੁੱਕੇ ਨੇ। ਹਾਲੇ ਸਾਡੇ 4 ਕੰਟੈਸਟੈਂਟ ਬਾਕੀ ਨੇ, ਯਾਨੀ ਕਿ ਹਾਲੇ ਅਸੀਂ ਕੀਰਤਨ ਦਾ ਆਨੰਦ ਉਠਾਉਣਾ ਹੈ, ਬਾਕੀ ਹੈ। ਔਰ ਇਹ ਸਫ਼ਰ ਤੇ ਜਿੰਨਾ ਲੰਬਾ ਹੁੰਦਾ ਜਾਏਗਾ ਉਨਾ ਹੀ ਆਨੰਦ ਆਉਂਦਾ ਜਾਏਗਾ। ਤੇ ਆਓ ਫਿਰ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ। ਬੁਲਾਉਂਦੇ ਹਾਂ ਸਾਡੇ ਅੱਜ ਦੇ ਅਗਲੇ ਸਿੰਘ ਵੀਰ, ਅਗਲੇ ਕੰਟੈਸਟੈਂਟ ਪਰਮਿੰਦਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਿੰਦਰ ਸਿੰਘ ਜੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਸੈਮੀਫਾਈਨਲਸ ਦਾ ਤੀਸਰਾ ਪੜਾਅ ਹੈ। ਹਾਂਜੀ ਹਾਲੇ ਤੱਕ ਤੁਸੀਂ ਕੰਸਿਸਟੈਂਟ ਬਿਲਕੁਲ ਠੀਕ ਠਾਕ ਅੱਛੀ ਪਰਫਾਰਮੈਂਸ ਦਿੰਦੇ ਆਏ ਹੋ। ਹਾਂਜੀ। ਅੱਜ ਦੀ ਪਰਫਾਰਮੈਂਸ ਦੀ ਕੋਈ ਖਾਸ ਤਿਆਰੀ ਕੀਤੀ ਤੁਸੀਂ? ਖਾਸ ਤਿਆਰੀ ਇਸ ਤਰ੍ਹਾਂ ਕਿ ਅੱਜ ਇੱਕ ਬੇਨਤੀ ਦਾ ਸ਼ਬਦ, ਪ੍ਰਭ ਜੀਓ ਖਸਮਾਨ ਨਾ ਕਰ ਪਿਆਰੇ, ਇਹਨੂੰ ਇੱਕ ਸਰਲ ਜੀ ਰੀਤ ਜੋ ਕਿ ਮੈਂ ਆਪ ਹੀ ਤਿਆਰ ਕੀਤੀ ਹੈ ਪਰਮਾਤਮਾ ਨੇ ਬਖਸ਼ੀ ਮਤ ਅਨੁਸਾਰ, ਤੇ ਉਸ ਦਾ ਗਾਇਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਬਾਕੀ ਸਤਿਗੁਰ ਜਿਵੇਂ ਕਰਾਉਣਗੇ ਤਿਵੇਂ ਗਾਇਨ ਕਰਨਾ ਜੀ। ਬਹੁਤ ਅੱਛੀ ਕੋਸ਼ਿਸ਼ ਹੈ। ਆਪਣੀ ਰੀਤ ਕਹਿੰਦੇ ਆਪੇ ਤਿਆਰ ਕੀਤੀ ਹੈ, ਬਹੁਤ ਚੰਗੀ ਗੱਲ ਹੈ ਜੀ। ਆਲ ਦ ਬੈਸਟ ਟੂ ਯੂ। ਧੰਨਵਾਦ ਜੀ। ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਪ੍ਰਭ ਜੀਓ
खसमाना कर प्यारे, खसमाना कर प्यारे, बुरे पले हम खारे, बुरे पले हम थारे, बुरे पले हम थारे, खसमाना कर प्यारे, खसमाना कर प्यारे, प्रभु जियो, प्रभु जियो, प्रभु जियो, प्रभु जियो। सुनो बिनंती ठाकुर मेरे, सुनो बिनंती ठाकुर मेरे, जी जंत तेरे तारे, जी जंत तेरे तारे, राख पैज नाम अपने की, राख पैज नाम अपने की, करन करावन हारे, करन करावन हारे, करन करावन हारे, करन करावन हारे, प्रभु जियो, प्रभु जियो, प्रभु जियो, प्रभु जियो, खसमाना कर प्यारे, खसमाना कर प्यारे, बुरे पले हम थारे, बुरे पले हम थारे, खसमाना कर प्यारे, खसमाना कर प्यारे, खसमाना कर प्यारे, खसमाना कर प्यारे। ਪਰਵਿੰਦਰ ਸਿੰਘ ਜੀ, ਬਹੁਤ ਭਾਵਨਾ ਨਾਲ ਤੁਸੀਂ ਸਤਿਗੁਰਾਂ ਦਾ ਸ਼ਬਦ ਸੁਣਾਇਆ। ਸ਼ੁਕਰ ਹੈ, ਧੰਨਵਾਦ ਹੈ। ਸਵਾਲ ਤੁਹਾਡੇ ਵਾਸਤੇ ਇਹ ਹੈ, ਗੁਰਮਤਿ ਸੰਗੀਤ ਅਨੁਸਾਰ ਕਿਹੜੇ ਉਹ ਰਾਗ ਨੇ ਜਿਹੜੇ ਦੁਪਹਿਰ ਸਮੇਂ ਗਾਏ ਜਾਂਦੇ ਨੇ? गुरमत संगीत अनुसार राग सारंग, ਜੀ राग सूही, राग वडहंस भी, राग तिलंग भी, ये जो दोपहर के समय गाए जाते हैं। ਜੀ ਭਾਈ ਨਿਰਮਲ ਸਿੰਘ ਜੀ, ਗੁਰਮਤਿ ਸੰਗੀਤ ਬਾਰੇ ਜੋ ਇਹਨਾਂ ਨੇ ਦੱਸਿਆ ਠੀਕ ਹੈ, ਤੇ ਬਾਕੀ ਸੁਰ ਤਾਲ ਬਾਰੇ ਵੀ ਤੁਸੀਂ ਦੱਸੋ। पेशकश बहुत अच्छी सी अज, पर हाई पिच ते जाके आवाज़ ते थोड़ी गड़बड़ हो गई। हाँ जी, गले च थोड़ी जी रेशा करके हाँ, मैं थोड़ी जान जी- सकता हाँ, इसनों ये कोई बहुती गलती नहीं मनते, हो जाता है, पर ध्यान रखो थोड़ा। सच जी। ਜੌਲ ਸਾਹਿਬ ਜੀ। ਬਹੁਤ ਅੱਛਾ ਸੀ। ਅਸਲ ਵਿੱਚ ਕੀਰਤਨ ਮਨੁੱਖੀ ਆਤਮਾ ਦੀ ਸਵਾਰੀ ਹੈ। ਇਹ 'ਤੇ ਸਵਾਰ ਹੋ ਕੇ ਮਨੁੱਖ ਨੇ ਆਤਮਿਕ ਮੰਡਲਾਂ ਦੀਆਂ ਉਚਾਈਆਂ ਤੱਕ ਪਹੁੰਚਣਾ ਹੈ। ਇਹ ਖਿਆਲ ਰੱਖੋ, ਜਦੋਂ ਤੁਸੀਂ ਮੁਕਾਬਲੇ ਵਿੱਚ ਆਓ ਨਾ, ਤੇ ਆਪਣੇ ਗਲੇ ਦਾ ਖਿਆਲ ਵੀ ਕੀਰਤਨੀਆਂ ਨੇ ਰੱਖਣਾ ਹੈ। सच, ਉਚਾਰਨ ਤੁਹਾਡਾ ਠੀਕ ਸੀ, ਬਹੁਤ ਖੂਬ। धन्यवाद जी। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਸੋਹਣੇ ਤਰੀਕੇ ਨਾਲ ਸ਼ਬਦ ਗਾਇਨ ਕਰਕੇ ਗਏ ਨੇ ਸਾਡੇ ਇਹ ਕੰਟੈਸਟੈਂਟ ਪਰਮਿੰਦਰ ਸਿੰਘ ਜੀ। ਆਤਮਕ ਸੁਖ ਦਿੰਦੇ
ਜੀ ਹਾਂ, ਜੋ ਵੀ ਸ਼ਬਦ ਕੀਰਤਨ ਅਸੀਂ ਇੱਥੇ ਸੁਣਦੇ ਹਾਂ ਆਤਮਾ ਨੂੰ ਕਿੰਨਾ ਸੁੱਖ ਦੇ ਕੇ ਜਾਂਦੇ ਨੇ। ਤੇ ਆਓ ਫਿਰ ਇਸੇ ਦੌੜ ਨੂੰ ਅੱਗੇ ਵਧਾਉਂਦੇ ਹਾਂ। ਸਿਲਸਿਲੇ ਨੂੰ ਅੱਗੇ ਤੋਰਨ ਲਈ ਆ ਰਹੇ ਨੇ ਸਾਡੇ ਅਗਲੇ ਕੰਟੈਸਟੈਂਟ ਸਿਮਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਧੰਨਵਾਦ। ਤੁਸੀਂ ਲਗਾਤਾਰ ਕੰਸਿਸਟੈਂਟ ਪਰਫਾਰਮੈਂਸ ਦਿੰਦੇ ਪਏ ਹੋ ਇੱਥੇ। ਉਮੀਦ ਕਰਦੇ ਹਾਂ ਇਹ ਸਿਲਸਿਲਾ ਬਰਕਰਾਰ ਰਹੇਗਾ। ਹਾਂਜੀ, ਅੱਜ ਕਿਹੜੇ ਸ਼ਬਦ ਦਾ ਗਾਇਨ ਕਰਨ ਲੱਗੇ ਹੋ? ਅੱਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸ਼ਬਦ ਹੈ, ਜੀ ਪ੍ਰਾਣ ਸੁਖ ਦਾਤਿਆ ਨਿਮਕ ਨਿਮਕ ਬਲਿਹਾਰ ਜੀ। ਜੀ ਪ੍ਰਾਣ ਸੁਖ ਦਾਤਿਆ ਨਿਮਕ ਨਿਮਕ ਬਲਿਹਾਰ ਜੀ। ਬਲਿਹਾਰ ਜੀ। ਬਹੁਤ ਖੂਬ। ਆਲ ਦ ਬੈਸਟ ਟੂ ਯੂ। ਜੀ ਪ੍ਰਾਣ ਸੁਖ ਦਾਤਿਆ, 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 ਜੀ ਪ੍ਰਾਣ ਸੁਖ ਦਾਤਿਆ। ਨਿਮਕ ਨਿਮਕ ਬਲਿਹਾਰ ਜੀ, ਨਿਮਕ ਨਿਮਕ ਬਲਿਹਾਰ ਜੀ, ਜੀ ਪ੍ਰਾਣ ਸੁਖ ਦਾਤਿਆ, ਜੀ ਪ੍ਰਾਣ ਸੁਖ ਦਾਤਿਆ। ਤੋਏ ਗੁਸਾਈ ਮੀਤਲਾ, ਤੂੰ ਸੰਗ ਹਮਾਰੇ ਬਾਸਿਓ। ਤੁਝ ਬਿਨ ਕਰੀ ਨਾ ਜੀਵਨ, ਤ੍ਰਿਗ ਰਗਣਾ ਸੰਸਾਰ, ਤ੍ਰਿਗ ਰਗਣਾ ਸੰਸਾਰ, ਤ੍ਰਿਗ ਰਗਣਾ ਸੰਸਾਰ। ਜੀ ਪ੍ਰਾਣ ਸੁਖ ਦਾਤਿਆ, ਜੀ ਪ੍ਰਾਣ ਸੁਖ ਦਾਤਿਆ, ਜੀ ਪ੍ਰਾਣ ਸੁਖ ਦਾਤਿਆ, ਜੀ ਪ੍ਰਾਣ ਸੁਖ ਦਾਤਿਆ। ਨਿਮਕ ਨਿਮਕ ਬਲਿਹਾਰ ਜੀ, ਨਿਮਕ ਨਿਮਕ ਬਲਿਹਾਰ ਜੀ, ਜੀ ਪ੍ਰਾਣ ਸੁਖ ਦਾਤਿਆ, 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 ਜੀ ਪ੍ਰਾਣ ਸੁਖ ਦਾਤਿਆ। ਸਿਮਰਜੀਤ ਸਿੰਘ ਜੀ, ਬਹੁਤ ਰਸ ਵਿੱਚ ਪਿਆਰ ਵਿੱਚ ਸ਼ਬਦ ਤੁਸੀਂ ਗਾਵਿਆ। ਗਲੇ 'ਚ ਗ੍ਰਾਮ ਵੀ ਅੱਛਾ ਹੈ, ਆਵਾਜ਼ ਸਾਥ ਦਿੰਦੀ ਹੈ, ਪਰ ਇਹ ਵੀ ਤੁਹਾਨੂੰ ਬੇਨਤੀ ਹੈ ਵੀ ਅਗਾਂਹ ਖਿਆਲ ਰੱਖੋ ਆਪਣੀ ਧੁਨ। ਠੀਕ ਹੈ ਵਾਹਿਗੁਰੂ। ਬਹੁਤ ਅੱਛੀ ਗਾਈ, ਪਰ ਆਪਣੀ ਧੁਨ ਤੁਸੀਂ ਗਾਵੋਗੇ ਤੇ ਜ਼ਿਆਦਾ ਮੁੱਲ ਪਵੇਗਾ। ਠੀਕ। ਸਵਾਲ ਤੁਹਾਡੇ ਵਾਸਤੇ ਇਹ ਹੈ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ? ਸਤਿਗੁਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੇ 15 ਰਾਗਾਂ ਵਿੱਚ ਗੁਰਬਾਣੀ ਦਾ ਉਚਾਰਨ ਕੀਤਾ। ਸੱਤ ਹੈ। ਭਾਈ ਨਿਰਮਲ ਸਿੰਘ ਜੀ, ਤੁਸੀਂ ਕੀ ਆਖੋਗੇ? ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਬਹੁਤ ਅੱਛਾ ਕੀਰਤਨੀ ਹੈ, ਪਰ ਸੋਢੀ ਸਾਹਿਬ ਜੀ ਦੀ ਗੱਲ ਦੀ ਮੈਂ ਤਾਇਦ ਕਰਦਾ ਕਿ ਅੱਗੇ ਜੋ ਫਾਈਨਲ ਰਾਊਂਡ ਆਉਣਾ ਹੈ ਉਹਦੇ ਵਿੱਚ ਅਸੀਂ ਇਸ ਗੱਲ ਦਾ ਖਾਸ ਧਿਆਨ ਰੱਖਾਂਗੇ ਕਿ ਤੁਹਾਡੀ ਆਪਣੀ ਮੌਲਿਕ ਕੋਈ ਤਰਜ਼ ਹੋਵੇ, ਕੰਪੋਜੀਸ਼ਨ ਹੋਵੇ, ਤੇ ਉਹਦੀ ਜ਼ਿਆਦਾ ਵੈਲਿਊ ਹੋਏਗੀ। ਸ਼ਾਬਾਸ਼। ਜੌਲ ਸਾਹਿਬ ਜੀ। ਅਸਲ ਵਿੱਚ ਕੀਰਤਨ ਮਨੁੱਖ ਦੀ ਧੁੰਦਲੀ ਅਵਸਥਾ ਨੂੰ ਚਾਨਣ ਵੱਲ ਲੈ ਜਾਂਦਾ ਹੈ। ਹਾਂਜੀ। ਤੁਸਾਂ ਨੇ ਇੱਕ ਯਤਨ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ, ਕਿਉਂਕਿ ਤੁਸੀਂ ਮੁਕਾਬਲੇ ਵਿੱਚ ਆਏ ਹੋ
ਉਚਾਰਨ ਤੁਹਾਡਾ ਸਹੀ ਹੈ, ਹਾਂਜੀ ਪਰ ਜਿਹੜੀ ਗੱਲ ਭਾਈ ਨਿਰਮਲ ਸਿੰਘ ਹੋਰਾਂ ਨੇ ਕਹੀ ਹੈ ਉਸ ਦਾ ਖਿਆਲ ਰੱਖਣਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਿੰਘ ਵੀਰਾਂ ਵਿਚਕਾਰ ਜੋ ਮੁਕਾਬਲਾ ਚੱਲਦਾ ਪਿਆ ਉਹਦੇ ਵਿੱਚ ਟੱਕਰ ਬਰਾਬਰ ਦੀ ਹੈ। ਮੁਕਾਬਲਾ ਜਾਰੀ ਰਹੇਗਾ। ਸਮਾਂ ਹੈਗਾ ਇੱਕ ਨਿੱਕੇ ਜਿਹੇ ਬ੍ਰੇਕ ਦਾ। ਤੁਸੀਂ ਕਿਤੇ ਨਾ ਜਾਣਾ, ਵੇਖਦੇ ਰਹੋ ਚੈਨਲ MH1। ब्रेक तो बाद मैं निमी सिंह एक बार फिर हाजिर हाँ आप सब जी दे सामने लेके आई हाँ प्रोग्राम पलो पलो रे कीर्तनीय दा सैमीफाइनल एपीसोड। आज मुकाबला होंदा पिया साडे सिंह वीरां विचकार। साडे अज दे 5 सैमीफाइनलिस्ट ने इत्थे आके शब्द गायन कीता है। साडे 2 सैमीफाइनलिस्ट हले बाकी ने ते आओ रल के आनंद माणदे आ इन्हां दी परफॉर्मेंस दा। ते इहदे लई सब तो पहले मैं बुलाना चाहांगी साडे अगले सैमीफाइनलिस्ट गुरप्रीत सिंह जी नूं। वाहिगुरु जी का खालसा वाहिगुरु जी की फतेह। एक बार फिर तो बहुत बहुत स्वागत है। ਸੈਮੀਫਾਈਨਲਸ ਦੇ ਇੱਕ ਤੋਂ ਬਾਅਦ ਇੱਕ ਪੜਾਅ ਤੁਸੀਂ ਪਾਰ ਕਰਦੇ ਜਾਂਦੇ ਪਏ ਹੋ ਜੀ। ਬਹੁਤ ਵਧਾਈ ਹੈ ਤੁਹਾਨੂੰ। ਧੰਨਵਾਦ। ਅੱਜ ਕੀ ਪੇਸ਼ ਕਰੋਗੇ ਤੁਸੀਂ? ਗੌੜੀ ਮਹੱਲਵਾ ਪੰਜਵਾਂ ਦੇ ਵਿੱਚ ਇੱਕ ਰੀਤ ਪੇਸ਼ ਕਰਾਂਗਾ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਬਹੁਤ ਖੂਬ ਜੀ। ਆਲ ਦ ਬੈਸਟ ਟੂ ਯੂ। ਧੰਨਵਾਦ ਜੀ। जो जो कथै सुनै हर कीर्तन ताकि दुर्मत नास सगल आनंद सगल मनोरथ पावे नानक पूरन होवे आस। हर कीर्तन सुने हर कीर्तन गावे 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 तिस जन दुख निकट नहीं आवे तिस जन दुख निकट नहीं आवे हर कीर्तन सुने हर कीर्तन गावे हर कीर्तन सुने हर कीर्तन गावे। जाको अपनी कृपा धारे जाको अपनी कृपा धारे
ਸੋ ਜਨ ਰਸਨਾ ਨਾਮ ਉਚਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਸਾ ਦੁਖ ਵਿਆਪੈ ਹਰ ਬਿਸਰਤ ਹਰ ਬਿਸਰਤ ਸਹਸਾ ਦੁਖ ਵਿਆਪੈ ਸਹਸਾ ਸਹਸਾ ਦੁਖ ਵਿਆਪੈ ਹਰ ਬਿਸਰਤ ਸਹਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਪਉ ਪਾਗੈ ਸਿਮਰਤ ਨਾਮ ਪਰਮ ਪਉ ਪਾਗੈ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਤਿਸ ਜਨ ਦੁਖ ਨਿਕਟ ਨਹੀਂ ਆਵੇ ਹਰ ਕੀਰਤਨ ਸੁਣੈ ਸੁਣੈ ਹਰ ਕੀਰਤਨ ਗਾਵੇ ਹਰ ਕੀਰਤਨ ਸੁਣੈ ਸੁਣੈ ਹਰ ਕੀਰਤਨ ਗਾਵੇ ਹਰ ਕੀਰਤਨ ਗਾਵੇ ਹਰ ਕੀਰਤਨ ਗਾਵੇ ਗਾਵੇ ਗੁਰਪ੍ਰੀਤ ਸਿੰਘ ਜੀ, ਇੰਨਾ ਅੱਛਾ ਤੁਸੀਂ ਗਾਇਆ ਵੀ ਸਾਡਾ ਜੀ ਕਰਦਾ ਸੀ। ਭਾਈ ਨਿਰਮਲ ਸਿੰਘ ਜੀ ਕਹਿੰਦੇ ਆਪਾਂ ਵੀ ਗਾਉਂਦੇ ਆ ਨਾਲ, ਬਹੁਤ ਰਸ ਬਣਿਆ ਹੋਇਆ ਸੀ। ਜਦੋਂ ਰਸ ਬਣਦਾ ਏ ਉਦੋਂ ਹੀ ਸਰੋਤਿਆਂ ਦਾ ਜੀ ਕਰਦਾ ਬਾਣੀ ਨਾਲ ਪੜ੍ਹਨ ਵਾਸਤੇ। ਤੁਹਾਡੇ ਤੇ ਬੜੀ ਸਤਿਗੁਰਾਂ ਦੀ ਕਿਰਪਾ ਹੈ। ਜਿਹੜਾ ਕੀਰਤਨ ਸ਼ਰਧਾ ਨਾਲ ਸੁਣਦਾ ਏ ਕਰਦਾ ਏ, ਦੁੱਖ ਤੇ ਕਲੇਸ਼ ਉਹਦੇ ਲਾਗੇ ਨਹੀਂ ਆਉਂਦੇ। ਤੁਹਾਡੇ ਵਾਸਤੇ ਸਵਾਲ ਇਹ ਹੈ, ਸ਼ਬਦ ਵਿੱਚ ਤੁਸੀਂ ਤਾਨ ਪਲਟਾ ਸਰਗਮ ਲਾ ਸਕਦੇ ਹੋ ਗੁਰਮਤਿ ਸੰਗੀਤ ਅਨੁਸਾਰ? ਜੋ ਸਾਡਾ ਗੁਰੂ ਮਹਾਰਾਜ ਨੇ ਸਾਨੂੰ ਸ਼ਬਦ ਦੀ ਬਖਸ਼ਿਸ਼ ਕੀਤੀ ਹੈ, ਉਸ ਵਿੱਚ ਇਸ ਲੁਕਾਈ ਨੂੰ ਜੋ ਗੁਰਬਾਣੀ ਦਾ ਉਪਦੇਸ਼ ਹੈ ਉਹ ਸਮਝਾਉਣ ਦੇ ਲਈ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਕੁਝ ਐਸੇ ਰਾਗ ਵਰਤੇ ਨੇ ਜਿਨ੍ਹਾਂ ਦੀ ਪ੍ਰਕਿਰਤੀ ਜਾਂ ਸੁਭਾਅ ਗੰਭੀਰ ਹੈ, ਜਿਵੇਂ ਟੋਡੀ ਰਾਗ, ਗੌੜੀ ਬੈਰਾਗਣ ਵਗੈਰਾ। ਇਹਨਾਂ ਰਾਗਾਂ ਵਿੱਚ ਅਗਰ ਅਲਾਪ ਦੀ ਪ੍ਰਧਾਨਤਾ ਰਵੇ ਸ਼ਬਦ ਨੂੰ ਲੈ ਕੇ, ਤਾਂ ਸਰੋਤੇ ਉੱਤੇ ਅਤੇ ਸਾਧ ਸੰਗਤ ਉੱਤੇ ਉਹਦੇ ਮਨ ਦੀ ਡੂੰਘਾਈ ਤੱਕ ਉਸ ਦਾ ਅਸਰ ਜਾਂਦਾ ਹੈ। ਜਦੋਂ ਅਸੀਂ ਤਾਨ ਪਲਟਾ ਜਾਂ ਸਰਗਮ ਕਰਦੇ ਹਾਂ ਤਾਂ ਕੁਝ ਸਧਾਰਨ ਸਰੋਤਿਆਂ ਲਈ ਵੀ ਸ਼ਬਦ ਦਾ ਪ੍ਰਭਾਵ ਉਚਾਟ ਹੋ ਜਾਂਦਾ ਹੈ ਅਤੇ ਮਨ ਟੁੱਟ ਜਾਂਦਾ ਹੈ ਕਈ ਵਾਰ। ਬਹੁਤ ਗੁੱਝੀਆਂ ਗੱਲਾਂ ਤੁਸੀਂ ਦੱਸੀਆਂ, ਕਿਉਂਕਿ ਸਤਿਗੁਰਾਂ ਨੇ ਉਹ ਰਾਗ ਹੀ ਨਹੀਂ ਲਏ ਜਿਨ੍ਹਾਂ ਦਾ ਸੁਭਾਅ ਚੰਚਲ ਹੈ ਜੀ। ਤੇ ਰਾਗ ਤੇ ਇੱਕ ਬਰਤਨ ਹੈ, ਜਿਵੇਂ ਦਾਸ ਕਈ ਵਾਰੀ ਕਹਿੰਦਾ, ਹੁਣ ਬਰਤਨਾਂ ਦਾ ਢੇਰ ਲੱਗਾ ਹੋਵੇ, ਪਦਾਰਥ ਹੋਵੇ ਨਾ, ਕੋਈ ਪੇਟ ਥੋੜੀ ਰੱਜਦਾ ਹੈ ਜੀ। ਇਸ ਕਰਕੇ ਪਦਾਰਥ ਸ਼ਬਦ ਹੈ, ਸ਼ਬਦ ਦੀ ਪ੍ਰਧਾਨਤਾ ਬਣੀ ਰਹੇ। ਤਾਨ ਪਲਟੇ ਸਰਗਮਾਂ ਗੁਰਮਤਿ ਸੰਗੀਤ ਅਨੁਸਾਰ ਅਸੀਂ ਨਹੀਂ ਲਾ ਸਕਦੇ। ਤੁਸੀਂ ਚੰਗਾ ਜਵਾਬ ਦਿੱਤਾ। ਭਾਈ ਨਿਰਮਲ ਸਿੰਘ ਜੀ, ਇਸ ਰੀਤ ਵਿੱਚ ਬੜਾ ਸਕੂਨ ਸੀ, ਸਹਿਜ ਸੀ, ਭਾਵ ਸੀ, ਕੋਈ ਚੰਚਲਪੁਣਾ ਨਹੀਂ ਸੀ। ਵੈਸੇ ਵੀ ਜੇ ਗੁਰਮਤਿ ਅਨੁਸਾਰ ਰਾਗਾਂ ਜਾਂ ਰੀਤਾਂ ਨੂੰ ਗਾਵਿਆ ਜਾਵੇ ਭਗਤੀ ਰਸ ਅਧੀਨ, ਤਾਂ ਉਹ 'ਚ ਚੰਚਲਪੁਣਾ ਹੁੰਦਾ ਹੀ ਨਹੀਂ ਜੀ। ਚੰਚਲਪੁਣਾ ਤਾਂ ਉਦੋਂ ਬਣਦਾ ਹੈ ਜਦੋਂ ਅਸੀਂ ਗੁਰਮਤਿ ਕੀਰਤਨ ਦੇ ਰਾਹ ਤੋਂ ਉਖੜ ਕੇ ਤੇ ਫਿਲਮੀ ਸਟਾਈਲ ਨਾਲ ਕੁਝ ਸ਼ੁਰੂ ਕਰ ਦਿੰਦੇ ਹਾਂ। ਜੀ।
ਇਸ ਕਰਕੇ ਤੁਹਾਡਾ ਬਹੁਤ ਅੱਛਾ ਹੈ। ਅੱਜ ਦੀ ਪਰਫਾਰਮੈਂਸ ਬਹੁਤ ਬਾਕਮਾਲ ਹੈ ਔਰ ਗੁਰੂ ਪਾਸ ਅਰਦਾਸ ਕਰਦੇ ਹਾਂ ਕਿ ਤੁਸੀਂ ਪੰਥ ਵਿੱਚ ਖੂਬ ਨਾਮ ਕਮਾਓ। ਧੰਨਵਾਦ। ਜੋਲ ਸਾਹਿਬ ਦੀ ਬਾਣੀ ਦੀ ਸ਼ੁੱਧਤਾ ਵਾਸਤੇ ਜ਼ਰੂਰ ਦੱਸਣਗੇ। ਅਸਲ ਵਿੱਚ ਕੀਰਤਨ ਦੀ ਇੱਕ ਖਾਸੀਅਤ ਹੈ, ਹੁਣੇ ਭਾਈ ਸਾਹਿਬ ਕਹਿ ਰਹੇ ਸੀ, ਜਿਹੜਾ ਭਾਵਹੀਨ ਮਨ ਹੈ ਨਾ, ਅਬੋਲ ਮਨ ਹੈ, ਬੋਲ ਨਹੀਂ ਸਕਦਾ, ਉਸ ਨੂੰ ਬੋਲ ਬਖਸ਼ ਦਿੰਦਾ ਹੈ। ਜਦੋਂ ਤੁਹਾਡੇ ਬੋਲ ਨਿਕਲ ਰਹੇ ਸਨ ਕੀਰਤਨ ਦੇ, ਤੁਸੀਂ ਸਹਿਜ ਵਿੱਚ ਬੋਲ ਰਹੇ ਸੀ, ਤੁਹਾਡੀਆਂ ਅੱਖਾਂ ਮੂੰਦੀਆਂ ਹੋਈਆਂ ਸੀ। ਇਹ ਕੀਰਤਨੀਏ ਦੀ ਖਾਸੀਅਤ ਹੈ। ਔਰ ਗੁਰੂ ਕਿਰਪਾ ਕਰੇ ਤੁਸੀਂ ਉਚਾਰਨ ਵੱਲ ਵੀ ਖਿਆਲ ਕੀਤਾ ਹੈ, ਆਪਣੀਆਂ ਮੰਜ਼ਲਾਂ ਨੂੰ ਛੂਹੋ, ਇਹ ਮੇਰੀ ਦਿਲ ਇੱਛਾ ਹੈ। ਗੁਰੂ ਕਿਰਪਾ ਕਰੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੀਰਤਨ ਸੁਣੇ, ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਕਿੰਨੀ ਭਾਵਨਾ ਦੇ ਨਾਲ ਸ਼ਬਦ ਗਾਇਨ ਕੀਤਾ ਇੱਥੇ ਗੁਰਪ੍ਰੀਤ ਸਿੰਘ ਜੀ ਨੇ। ਤੇ ਆਓ ਫਿਰ ਇਸ ਐਪੀਸੋਡ ਨੂੰ ਅੰਜਾਮ ਦੇਣ ਦੇ ਲਈ ਬੁਲਾਉਂਦੇ ਹਾਂ ਸਾਡੇ ਅੱਜ ਦੇ ਆਖਰੀ ਸਿੰਘ ਵੀਰ ਮਨਿੰਦਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ। ਮੁਕਾਬਲਾ ਬੜਾ ਸਖਤ ਹੋ ਗਿਆ, ਇੱਕ ਤੋਂ ਇੱਕ ਤੁਹਾਡੇ ਵੀਰ ਚੰਗੀ ਤਰ੍ਹਾਂ ਪਰਫਾਰਮ ਕਰਕੇ ਜਾਂਦੇ ਪਏ ਨੇ। ਬਿਲਕੁਲ ਜੀ। ਮੁਕਾਬਲਾ ਬੜਾ ਬਰਾਬਰ ਦਾ ਹੈਗਾ। ਬਿਲਕੁਲ। ਕੀ ਕਹਿਣਾ ਚਾਹੋਗੇ? ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਚੰਗਾ ਗਾ ਸਕਾਂ, ਅੱਗੇ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਵੇ। ਅੱਜ ਕਿਹੜੇ ਸ਼ਬਦ ਦੀ ਤਿਆਰੀ ਕੀਤੀ ਹੈ ਅੱਜ ਤੁਸੀਂ? ਮੈਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦਾ ਉਚਾਰਿਆ ਸ਼ਬਦ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕੇ ਜਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਬਹੁਤ ਉਮਦਾ। ਆਲ ਦ ਬੈਸਟ ਟੂ ਯੂ ਜੀ। जल नहीं डूबे तस्कर नहीं लेवे, जल नहीं डूबे तस्कर नहीं लेवे, पाहे न साके जाले, गुर का बचन बसै जी नाले, गुर का बचन बसै जी नाले। जल नहीं डूबे तस्कर नहीं लेवे, जल नहीं डूबे तस्कर नहीं बचन बसै जी नाले, गुर का बचन बसै जी नाले। सिमरो सिमर सिमर सुख पावो, सिमरो सिमर सिमर सुख पावो, सास सास समाले।
ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਨੇ ਜਲ ਨਹੀਂ ਡੂਬੈ ਕਸ ਕਰ ਨਹੀਂ ਲੇਵੈ ਪਾਹੇ ਨ ਸਾਕੇ ਜਲੇ ਗੁਰ ਕਾ ਬਚਨ ਬਸੈ ਜੀ ਨਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਬਚਨ ਬਸੈ ਜੀ ਨਾਲੇ ਵਾਹਿਗੁਰੂ। ਮਨਿੰਦਰ ਸਿੰਘ ਜੀ, ਤੁਸੀਂ ਬਹੁਤ ਅੱਛਾ ਗਾਇਆ, ਬੜੀ ਬੁਲੰਦ ਆਵਾਜ਼ ਵਿੱਚ ਗਾਇਆ। ਤੁਹਾਡਾ ਗਾਇਆ ਹੋਇਆ ਸ਼ਬਦ ਮਨ ਨੂੰ ਟੁੰਬ ਰਿਹਾ ਸੀ। ਸਵਾਲ ਤੁਹਾਡੇ ਵਾਸਤੇ ਇਹ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਆਏ ਰਾਗ ਜਿਨ੍ਹਾਂ ਨਾਲ ਦੱਖਣੀ ਲੱਗਦਾ ਹੈ, ਉਹ ਕੁਝ ਰਾਗਾਂ ਦੀ ਗਿਣਤੀ ਦੱਸੋ। ਜੀ ਉਹਨਾਂ ਵਿੱਚ 2 ਰਾਗ ਮੈਂ ਦੱਸਾਂਗਾ ਆਪ ਜੀ ਨੂੰ ਜੋ ਮੈਨੂੰ ਚੇਤੇ ਹਨ, ਰਾਮਕਲੀ ਦੱਖਣੀ ਅਤੇ ਬਿਲਾਵਲ ਦੱਖਣੀ। ਠੀਕ ਹੈ ਭਾਈ ਨਿਰਮਲ ਸਿੰਘ ਜੀ, ਤੁਸੀਂ ਕੀ ਆਖੋਗੇ? ਮੇਰੇ ਖਿਆਲ ਮੁਤਾਬਕ ਹੈ, ਗੁਰੂ ਸਾਹਿਬ ਜੀ ਜਦੋਂ ਉਦਾਸੀਆਂ ਕਰਦੇ ਸਨ, ਉਹ ਜਿਹੜੀ ਵੀ ਦਿਸ਼ਾ ਵਿੱਚ ਜਾਂਦੇ ਸਨ, ਜਿਵੇਂ ਅੱਜ ਕੱਲ੍ਹ ਵੀ ਸਾਡੇ 2 ਸੰਗੀਤ ਪੱਤੀਆਂ ਚੱਲਦੀਆਂ, ਹਿੰਦੁਸਤਾਨੀ ਸੰਗੀਤ ਪੱਤੀ ਅਤੇ ਕਰਨਾਟਕੀ, ਉਹ ਜਿਸ ਇਲਾਕੇ 'ਚ ਜਾਂਦੇ ਸੀ ਉੱਥੋਂ ਦੇ ਲੋਕਾਂ ਮੁਤਾਬਕ ਉਹ ਆਪਣੀ ਗਾਇਨ ਸ਼ੈਲੀ ਦੇ ਵਿੱਚ ਲੋਕਾਂ ਨੂੰ ਪ੍ਰਾਪਤ ਕਰਨ ਦਾ ਇੱਕ ਯਤਨ ਕਰਦੇ ਸੀ। ਸੋ ਮੇਰੇ ਮੁਤਾਬਕ ਉਸ ਇਲਾਕੇ ਦਾ ਇੱਕ ਨਾਂ ਹੈ ਜਦੋਂ ਉਹ ਦੱਖਣ ਵਾਲੇ ਪਾਸੇ ਗਏ। ਵੀ ਜਿਵੇਂ ਦੱਖਣ ਦੇ ਲੋਕ ਗਾਉਂਦੇ ਸਨ। ਜੌਲ ਸਾਹਿਬ ਜੀ, ਬਾਣੀ ਦੀ ਸ਼ੁੱਧਤਾ ਵਾਸਤੇ ਤੁਸੀਂ ਕੀ ਆਖੋਗੇ? ਭਾਈ ਸਮਰਿੰਦਰ ਸਿੰਘ ਜੀ, ਤੁਹਾਡਾ ਗਾਇਨ ਬਹੁਤ ਵਧੀਆ ਸੀ। ਬਾਣੀ ਦੀ ਸ਼ੁੱਧਤਾ ਲਈ ਜਦੋਂ ਤੁਸੀਂ ਅੰਤਰ ਗਾਇਨ ਕਰ ਰਹੇ ਸੀ, ਇੱਕ ਵਾਰ ਤੇ ਲੇਵੇ ਕਹਿ ਜਾਂਦੇ ਹੋ, ਦੂਸਰੀ ਵਾਰ ਲੇਵਾ ਹੈ, ਇੱਕ ਵਾਰ ਸਾਕੇ ਕਹਿ ਜਾਂਦੇ ਹੋ, ਦੂਸਰੀ ਵਾਰੀ ਸਾਕਾ ਕਹਿ ਜਾਂਦੇ ਹੋ, ਅਤੇ ਉਚਾਰਨ ਵੱਲ ਖਿਆਲ ਕਰਨਾ ਹੈ। ਕਿਉਂਕਿ ਜਦੋਂ ਉਚਾਰਨ ਕਰਦੇ ਹੋ ਨਾ, ਅੰਤਰਾ ਬਾਰ-ਬਾਰ ਗਾਇਨ ਕਰਨਾ, ਇਹ ਨਹੀਂ ਕਿ ਉਚਾਰਨ ਵਿੱਚ ਫਰਕ ਪੈ ਜਾਏ। ਬਾਕੀ ਖੂਬ ਹੈ, ਮੁਕਾਬਲੇ ਵਿੱਚ ਆਏ ਹੋ, ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ, ਯਤਨ ਕਰੋ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵਧੀਆ ਗਾਇਨ ਕਰ ਸਕੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਿੰਦਰ ਸਿੰਘ ਜੀ ਦੀ ਇਸ ਬਿਹਤਰੀਨ ਪਰਫਾਰਮੈਂਸ ਦੇ ਨਾਲ ਹੀ ਅੱਜ ਦਾ ਐਪੀਸੋਡ ਇੱਥੇ ਮੁਕੰਮਲ ਹੁੰਦਾ ਹੈ। ਦਰਸ਼ਕੋ, ਅੱਜ ਦੇ ਐਪੀਸੋਡ ਦਾ ਤੁਸੀਂ ਆਨੰਦ ਮਾਣਿਆ ਹੋਏਗਾ। 2 ਐਪੀਸੋਡਸ ਹੋ ਗਏ ਨੇ। ਸੈਮੀਫਾਈਨਲ ਦੇ ਵਿੱਚ 2 ਵਾਰੀ ਮੁਕਾਬਲਾ ਹੋ ਚੁੱਕਿਆ ਹੈ, ਤੀਸਰੀ ਵਾਰ ਫਿਰ ਮੁਕਾਬਲਾ ਹੋਇਆ। ਇਸ ਤੋਂ ਪਹਿਲਾਂ ਮੁਕਾਬਲਾ ਹੋਇਆ ਸਾਡੀ ਭੈਣਾਂ ਵਿਚਕਾਰ, ਅੱਜ ਮੁਕਾਬਲਾ ਹੋਇਆ ਸਿੰਘ ਵੀਰਾਂ ਵਿਚਕਾਰ। ਮੁਕਾਬਲੇ ਦੇ ਰਿਜ਼ਲਟਸ ਕੀ ਹੋਣਗੇ ਇਹ ਤੇ ਸਾਡੇ ਜੱਜਿਸ ਤਿਆਰ ਕਰਨਗੇ, ਜਿਹਦੇ ਲਈ ਅਸੀਂ ਉਹਨਾਂ ਨੂੰ ਥੋੜਾ ਸਮਾਂ ਦੇਵਾਂਗੇ, ਕਿਉਂਕਿ ਮੁਕਾਬਲਾ ਬਰਾਬਰੀ ਦਾ ਹੈ, ਬੜਾ ਸਖਤ ਮੁਕਾਬਲਾ ਹੈ। ਸਾਡੇ ਮਾਨਯੋਗ ਜੱਜਿਸ ਨੂੰ ਥੋੜਾ ਸਮੇਂ ਜ਼ਰੂਰ ਚਾਹੀਦਾ ਹੋਏਗਾ, ਚੰਗੀ ਤਰ੍ਹਾਂ ਇਹਨਾਂ ਦੀ ਪਰਖ ਹੋਏਗੀ, ਰਿਜ਼ਲਟ ਤਿਆਰ ਹੋਏਗਾ। ਰਿਜ਼ਲਟ ਜਾਣਨ ਦੇ ਲਈ ਅਸੀਂ ਮੁਲਾਕਾਤ ਕਰਾਂਗੇ ਅਗਲੇ ਐਪੀਸੋਡ ਵਿੱਚ। ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਸਾਡੇ ਮਾਨਯੋਗ ਜੱਜਿਸ ਦਾ, ਤੇ ਨਾਲੇ ਹੀ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਸਾਰਜ਼ਾਂ ਤੇ ਬੈਠੇ ਸਾਡੇ ਸਾਜ਼ਿੰਦਿਆਂ ਦਾ। ਦਰਸ਼ਕੋ, ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ, ਲੈ ਕੇ ਆਵਾਂਗੇ ਰਿਜ਼ਲਟ ਐਪੀਸੋਡ ਸੈਮੀਫਾਈਨਲਸ ਦਾ। ਸਮਾਪਤੀ ਕਰਨ ਤੋਂ ਪਹਿਲਾਂ ਮੈਂ ਇੱਕ ਸ਼ਲੋਕ ਕਹਿਣਾ ਚਾਹਾਂਗੀ। ਜਿੰਨੇ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛਿੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।